अस्सलाम वालेकुम दोस्तों, आपका मेज़बान हाफिज़ वकास साहब की खिदमत में हाज़िर है। तो जैसे दोस्तों से गोशगुजार किया था कि हमारी जो नेक्स्ट वीडियो होगी वो किसी ऐसे दोस्त या किसी ऐसे ज़िम्मेदार भाई की होगी जो TS5 या TS6 लगा रहे हैं। तो ये जिनका तजर्बा है TS5 या TS6 लगाने का और जो अच्छी एक ओस ले चुके हैं और जो समझते हैं कि एक जो नया ज़िम्मेदार है उसे कौन सी वैरायटी कास्ट करनी चाहिए। तो जैसे आपसे वादा किया था उसी वादे के मुताबिक तो आज हम मिलाते हैं आपको TS6 जो दोस्त काश करते हैं। तकरीबन कोई 3-4 साल हो चुके हैं जो मुसलसल काश कर रहे हैं। तो आज आए हमारे साथ इरफान साहब, तो हम आपसे इरफान साहब से मुलाकात करते हैं और बिल्कुल आज सिंपल हम करेंगे, पंजाबी में उनसे डिस्कस करेंगे। जी इरफान साहब, अस्सलाम वालेकुम जी, की हाल चाल है? ठीक हो सर? और साथ सेहत भी ठीक है जी? माशाल्लाह जी। असी दोस्तों ਨਾਲ शेयर करते ਹੁੰਦੇ ਆ अपने एक्सपीरियंस, अपने तजर्बात जो करते हैं। फिर असी वो दोस्त भी असी चुनते हैं, उन्होंने दोस्तों जाके मिलते हैं भी ਜਿਹੜੇ लोग या दोस्त काम करते हैं ਜ਼ਿਮੀਦਾਰਾਂ ਦੇ ਜਿਹੜੀ ਫਸਲ ਕਾਸ਼ ਕਰਦੇ ਆ। ਤੁਹਾਨੂੰ ਮਿਲਣ ਦਾ ਮਕਸਦ ਇਹ ਹੈ ਵੀ ਅਸੀਂ TS6 ਤੇ TS5 ਅਕਸਰ ਅਸੀਂ ਦੇਖਦੇ ਹਾਂ ਜ਼ਰਾਤੀਏ ਆ ਕੇ ਉਹ ਮਸ਼ਵਰੇ ਤੇ ਦਿੰਦੇ ਆ, ਉਹ ਪੜ੍ਹੀ ਲਿਖੀ ਗੱਲ ਕਰਦੇ ਆ, 25 ਮਣ ਆ ਸਕਦੀ ਹੈ, ਫਲਾਨੀ ਆ ਸਕਦੀ, ਟਿਮਕਾਨੀ ਆ ਸਕਦੀ ਹੈ। ਪਰ ਮੇਰਾ ਇੱਕ ਮੰਨਣਾ ਇਹ ਹੁੰਦਾ ਕਿ ਯਾਰ ਉਹ ਦੱਸੋ ਗੱਲ ਜਿਹੜੀ ਇੱਕ ਨਵਾਂ ਜ਼ਿਮੀਦਾਰ ਵੀ ਕੋਈ ਫਸਲ ਕਾਸ਼ਤ ਕਰੇ ਤਾਂ ਕਿੰਨੀ ਕੁ ਪੈਦਾਵਾਰ ਚੱਕ ਸਕਦਾ। ਤੇ ਮੈਂ ਤੁਹਾਡੇ ਕੋਲ ਪੁੱਛਣਾ ਇਹ ਚਾਹਾਂਗਾ, ਮਾਸ਼ਾਅੱਲਾ ਕਿੰਨੇ ਸਾਲਾਂ ਤੋਂ ਜਾਂ ਕਿਹੜੀ ਵੈਰਾਈਟੀ ਤੁਸੀਂ ਕਾਸ਼ਤ ਕਰਦੇ ਹੋ ਤੀਲੀ ਦੀ? ਅਸੀਂ TH06 ਕਰਦੇ ਹਾਂ। TS06 ਕੀਤੀ ਹੈ, 5-6 ਸਾਲ ਤੋਂ ਕਰ ਰਹੇ ਤਕਰੀਬਨ। ਠੀਕ ਹੈ। ਤੇ ਮਾਸ਼ਾਅੱਲਾ ਐਵਰੇਜ ਚੰਗੀ ਆਉਂਦੀ ਹੈ। 18 ਮਣ 19 ਮਣ 17 ਮਣ ਦੇ ਲਗਭਗ ਆ ਜਾਂਦੀ ਹੈ। ਜ਼ਬਰਦਸਤ, ਜ਼ਿੰਦਾਬਾਦ। ਜਿਸ ਤਰ੍ਹਾਂ ਮੈਂ ਦੋਸਤਾਂ ਨੂੰ ਕਿਹਾ ਸੀਗਾ ਵੀ TS6 ਕਿਉਂ ਕਾਸ਼ਤ ਕਰਨੀ ਚਾਹੀਦੀ, ਇसी वजह ਤੋਂ ਪਹਿਲੇ ਮੈਂ ਇਰਫਾਨ ਸਾਹਿਬ ਨੂੰ ਦੋਸਤਾਂ ਨਾਲ ਮਿਲਾਇਆ। TS5 भी बड़ी अच्छी वैरायटी है, उसके बारे में नेक्स्ट वाली वीडियो होएगी, पर TS6 के बारे मिलाना जरूरी है सी। मैं सुनता ਹੁੰਦਾ ਸੀ ਇਹਦੇ ਬਾਰੇ ਵੀ ਇੱਕ ਅੱਛੀ ਪੈਦਾਵਾਰ ਲੈਂਦੇ ਆ। ਤੇ ਤੁਹਾਨੂੰ ਕਿਹਨੇ ਗਾਈਡ ਕੀਤਾ ਸੀ? ਕਿਸੇ ਨੇ ਦੱਸਿਆ ਸੀ ਜਾਂ ਆਪਣਾ ਦਿਲ ਕੀਤਾ ਸੀ ਵੀ ਯਾਰ ਸਿੰਗਲ ਸਟਿਕ ਵਾਲੀ TS6 ਲਾ ਲਈਏ? ਨਹੀਂ, ਤਕਰੀਬਨ ਜਦੋਂ ਕਾਸ਼ਤ ਸਟਾਰਟ ਕੀਤੀ ਨਾ ਉਦੋਂ ਐਡਾ ਨੌਲੇਜ ਨਹੀਂ ਸੀ ਤੇ ਕਿਸੇ ਦੋਸਤ ਨੇ ਕਿਹਾ ਵੀ TH06 ਕਾਸ਼ਤ ਕਰੋ। ਅਸੀਂ ਫਿਰ ਉਹ ਕਾਸ਼ਤ ਕੀਤੀ ਹੈ, ਅਲਹਮਦੁਲਿਲਾ ਐਵਰੇਜ ਠੀਕ ਆਈ ਹੈ ਪਹਿਲੇ ਸਾਲ ਦੀ। ਮਤਲਬ ਖਰਚਾ ਮੇਨਟੇਨ ਕਰਕੇ ਥੋੜੇ ਖਰਚੇ ਨਾਲ ਐਵਰੇਜ ਚੰਗੀ ਆ ਜਾਂਦੀ। ਜ਼ਬਰਦਸਤ। ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤੁਸੀਂ ਇਹਨੂੰ ਕਾਸ਼ਤ? 5-6 ਸਾਲ ਹੋ ਗਏ ਤਕਰੀਬਨ। ਜ਼ਬਰਦਸਤ। ਇਹ ਵਾਨੇ ਜੀ ਕਿਹੜੀ ਤੁਸੀਂ ਥੱਲੇ ਖਾਦ ਲਾਉਂਦੇ ਹੋ, ਕਿੰਨੀ ਐਵਰੇਜ ਫਰਕ ਕਰੋ? ਤੁਸੀਂ ਦੱਸਿਆ 18-19 ਮਣ ਜਿਵੇਂ ਤੁਸੀਂ ਚੱਕੀ ਹੈ ਮੈਕਸਿਮਮ, ਘੱਟ ਤੋਂ ਘੱਟ ਕਿੰਨੀ ਚੱਕੀ ਸੀ? ਬਿੱਤ ਜ਼ਿਆਦਾ ਕਿੰਨੀ ਚੱਕੀ ਹੈ? ਜ਼ਿਆਦਾ ਦੱਸ ਦਿੰਦੇ, ਘੱਟ ਤੋਂ ਘੱਟ ਕਿੰਨਾ? ਕਮ ਤੋਂ ਕਮ ਉਸ ਰਕਬੇ 'ਚ ਚੱਕੀ ਹੈ ਜਿਹਦੇ 'ਚ ਬਾਗ ਸੀਗਾ, ਉਹਦੇ 'ਚ ਆਈ ਹੈ 11 ਮਣ 12 ਮਣ। ਜਿਹੜੇ ਰਕਬੇ ਬਾਗ ਨਹੀਂ ਸੀ ਉਹ 'ਚੋਂ 18 ਮਣ 16 ਮਣ ਤੋਂ ਉੱਪਰ ਚੱਕੀ ਹੈ 19 ਮਣ ਤੱਕ। ਜ਼ਬਰਦਸਤ, ਜ਼ਿੰਦਾਬਾਦ। ਕੀ ਉਹਦੇ ਥੱਲੇ ਕਿਸ ਤਰ੍ਹਾਂ ਕਾਸ਼ ਕਰਦੇ ਹੋ? DAP ਪਾਉਂਦੇ ਹੋ ਜਾਂ ਨਹੀਂ ਪਾਉਂਦੇ? ਪਹਿਲੇ ਚੰਗੀ ਤਰ੍ਹਾਂ ਵਹਾਈ ਕਰ ਲੈਣੀ ਹੈ, ਠੀਕ ਹੈ। ਜ਼ਮੀਨ ਨਰਮ ਤੇ ਬੁਰਬਰੀ ਹੋਏ, ਫਿਰ ਉਹਨੂੰ ਰੋਣੀ ਕਰਨੀ ਹੈ। ਠੀਕ ਹੈ। ਰੋਣੀ ਕਰਕੇ ਉਸ ਤੋਂ ਬਾਅਦ ਇਹਦਾ ਤਿਲੀ ਦਾ ਛਿੱਟਾ ਕਰਕੇ TH06 ਦਾ, ਤੇ ਫਿਰ ਉਸ ਨੂੰ ਹਲ ਇੰਨੇ ਕੁ ਲਾਣੇ ਨੇ ਕਿ ਬਿਲਕੁਲ ਥੋੜੇ ਹਲ ਲੱਗਣ, ਜ਼ਿਆਦਾ ਹਲ ਨਹੀਂ ਲਾਣੇ। ਇਹਦਾ ਪਹਿਲਾ ਜਿਹੜਾ ਮੇਨ ਪੁਆਇੰਟ ਆ ਉਹ ਹਲ ਜ਼ਿਆਦਾ ਨਾ ਲੱਗਣੇ। ਠੀਕ ਹੈ। ਅਗਰ ਜ਼ਿਆਦਾ ਹਲ ਲਾ ਗਏ ਤਾਂ ਫਿਰ ਕੀ ਨੁਕਸਾਨ ਹੈ? ਫਿਰ ਉਹਦਾ ਨੁਕਸਾਨ ਹੈ ਜਰਮੀਨੇਸ਼ਨ ਬਹੁਤ ਕਮ ਹੁੰਦੀ ਹੈ। ਠੀਕ ਹੈ। ਇਹ ਚੀਜ਼ ਸੋਚਣ ਵਾਲੀ ਨਵੇਂ ਜ਼ਿਮੀਦਾਰ ਜਿਹੜੇ ਦੋਸਤ ਇਸ ਦਫਾ ਅਸੀਂ ਇਹ ਚੀਜ਼ ਦੇਖਦੇ ਆ ਕਿ ਹਰ ਬੰਦਾ ਚਾਹਦਾ ਮੈਂ ਤਿਲੀ ਕਾਸ਼ ਕਰਾਂ। ਤੇ ਅਗਰ ਇਹ ਦੇਖ ਲਓ ਜੀ ਹੱਲ ਵੀ ਡੂੰਘੇ ਲੱਗ ਜਾਣਗੇ, ਜਿਵੇਂ ਜ਼ਮੀਨ 'ਚ ਅਸੀਂ ਕੋਈ ਵੀ ਫਸਲ ਬੀਜਦੇ ਹਾਂ ਮੰਡ ਕੇ ਜਿਹੜੇ ਹੱਲ ਲਾ ਦਿੰਦੇ ਆ, ਅਗਰ ਲਾ ਦਈਏ ਤੇ ਉਹਦੇ ਜਰਮੀਨੇਸ਼ਨ, ਉਹਦੇ ਪੌਦਿਆਂ ਦੀ ਤਾਦਾਦ ਕਮ ਹੋ ਜਾਂਦੀ ਹੈ ਕਿਉਂਕਿ ਬੀਜ ਡੂੰਘਾ ਚੱਲ ਜਾਂਦਾ, ਜਿਸ ਵੇਲੇ ਤੋਂ ਉਹ ਪੌਦੇ ਕਮ ਰਹਿ ਜਾਂਦੇ ਆ। ਇਹ ਗੱਲ ਬੜੀ ਨੋਟ ਕਰਨ ਵਾਲੀ ਹੈ। ਸਾਰੇ ਦੋਸਤ ਹੱਲ ਹਲਕੇ ਫੁਲਕੇ ਮਾਰਨੇ ਜਦੋਂ ਤੁਸੀਂ ਛੱਟਾ ਕਰ ਦੇਣਾ ਬੀਜ ਦਾ। ਕਿੰਨਾ ਬੀਜ ਤੁਸੀਂ ਪਾਉਂਦੇ ਹੋ ਕਿੱਲੇ 'ਚ? ਤਕਰੀਬਨ 2 ਕਿਲੋ ਪਾਈਦਾ। 2 ਕਿਲੋ ਕਾਫੀ ਹੋ ਜਾਂਦਾ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਬਾਕੀ ਥੱਲੇ ਜੇ ਅਗਰ ਹੁਣ ਕਾਸ਼ਤ ਕੀਤੀ ਜਾਵੇ ਨਾ 2 ਕਿਲੋ ਕਰੋ, ਅਗਰ ਅੱਜ ਤੋਂ ਗੰਦਮ ਦੀ ਕਟਾਈ ਹੋ ਜਾਣੀ ਉਸ ਤੋਂ ਬਾਅਦ ਅਗਰ ਕਰੋ ਤੇ ਅੱਧਾ ਕਿਲੋ ਬੀਜ ਵਧਾ ਲਓ 2.5 ਕਿਲੋ ਕਰ। 2.5 ਕਿਲੋ ਕਰੋ। ਮਾਸ਼ਾਅੱਲਾ ਜੀ, ਇਹ ਹਮੇਸ਼ਾ ਟਾਈਮ ਨਾਲ ਹੀ ਕਰਦੇ ਕਾਸ਼ਤ ਤੇ ਮੇਰੇ ਖਿਆਲ 'ਚ ਹੁਣ ਵੀ ਕਾਸ਼ਤ ਕਰ ਲਈ ਹੈ। ਤੁਸੀਂ ਬੀਜੀਏ ਜਾਂ ਨਹੀਂ ਹਜੇ? ਪਰਸੋਂ ਕਾਸ਼ਤ ਕੀਤੀ ਈਦ ਤੋਂ 1 ਦਿਨ ਪਹਿਲਾਂ। ਜ਼ਬਰਦਸਤ, ਜ਼ਿੰਦਾਬਾਦ ਜੀ। ਮਤਲਬ ਲੋਕਾਂ ਦੀ ਜੇ ਗੰਦਮ ਖੜੀ ਹੈ ਤੇ ਤੁਸੀਂ ਕਾਸ਼ਤ ਕਰ ਲਈ ਹੈ। ਜਿਹਨਾਂ ਲੋਕਾਂ ਨੇ ਮਤਲਬ ਰਾਇਆ ਵਗੈਰਾ ਬੀਜਿਆ ਹੋਇਆ ਨਾ ਉਹ ਕਾਸ਼ਤ ਕਰ ਰਹੇ, ਜਾਨੀ ਉਹ ਫਰੀ ਰਕਬਾ ਸੀ ਉਹ ਕਾਸ਼ਤ ਕਰ ਰਹੇ। ਸਹੀ। ਮੈਂ ਫਿਰ ਉਹੀ ਗੱਲ ਕਰ ਰਿਹਾ, DAP ਥੱਲੇ ਪਾਉਂਦੇ ਹੁੰਦੇ ਹੋ ਜਾਂ ਨਹੀਂ? DAP ਮੈਂ ਕਦੀ ਥੱਲੇ ਨਹੀਂ ਪਾਈ। ਜਦੋਂ ਜਰਮੀਨੇਸ਼ਨ ਹੋ ਜਾਣੀ ਹੈ ਪਹਿਲੇ ਪਾਣੀ ਤੇ ਅਗਰ DAP ਦੀ ਗੁੰਜਾਇਸ਼ ਹੋਵੇ DAP ਪਾ ਦਿਓ, ਅਗਰ ਨਾ ਗੁੰਜਾਇਸ਼ ਹੋਵੇ ਤਾਂ ਲੈਟਰੋਫਾਸ ਜ਼ਰੂਰੀ ਲਾਓ, ਨਾਲ ਉਹਦੇ ਐਡ ਕਰਦਾ ਹੈ ਜ਼ਿੰਕ ਵਗੈਰਾ। ਨਾਈਟ੍ਰੋਫਾਸ ਤੁਸੀਂ ਲਾਣੀ ਹੈ ਤਾਂ ਜ਼ਿੰਕ ਤੁਸੀਂ ਉਹ ਮੇਰੇ ਖਿਆਲ ਚਿਲੇਟਡ ਲਾਓਗੇ, ਉੱਥੇ ਚਿਲੇਟਡ ਜ਼ਿੰਕ ਲਾਓਗੇ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਬਾਕੀ ਉਹਦੇ ਵਿੱਚ ਜਿਹੜਾ ਹੈ ਗੋਡੀ ਕਰਾਉਂਦੇ ਹੋ, ਗੰਦ ਕਿਵੇਂ ਖਤਮ ਕਰਦੇ ਹੋ? ਜਾਂ ਗੰਦ ਅਗਰ ਤਾਂ ਤੁਸੀਂ ਇਹ ਸਮਝੋ ਕਿ ਤੁਹਾਡੇ ਪੌਦੇ ਦੇ ਉੱਤੇ ਪਾਣੀ ਨਹੀਂ ਚੜੇਗਾ, ਮਤਲਬ
ਰਕਬਾ ਚੰਗਾ ਹੋਵੇ ਤਾਂ ਥੋੜਾ ਕੱਦ ਕਰ ਜਾਂਦੀ, ਫਿਰ ਉਹਨੂੰ ਪੈਂਡੀ ਫਲੱਡ ਕਰ ਦੇ। ਠੀਕ ਹੈ ਜ਼ਬਰਦਸਤ। ਅਗਰ ਛੋਟਾ ਪੌਦਾ ਹੈ, ਪਾਣੀ ਜਲਦੀ ਹੈ, ਰਕਬਾ ਹਲਕਾ ਵਾ, ਫਿਰ ਉਹਦੀ ਗੰਦ ਦੀ ਗੋਡੀ ਕਰਾਓ ਤੇ ਚੌੜੇ ਪੱਤੇ ਵਾਲੇ ਦੀ। ਉਸ ਤੋਂ ਬਾਅਦ ਅੱਗੇ ਜਦੋਂ ਦੂਸਰਾ ਪਾਣੀ ਲਾਣਾ ਤੇ ਫਿਰ ਉੱਤੇ ਸਪਰੇਅ ਕਰੋ ਅਗਰ ਨਕੀਲਾ ਪੱਤਾ ਵਾ। ਅਗਰ ਉਹ ਨਕੀਲਾ ਫਿਰ ਖਤਮ ਹੋ ਜਾਂਦਾ, ਫਿਰ ਜਿਹੜੀ TH6 ਦਾ ਇਹ ਬੜੀ ਅੱਛੀ ਗੱਲ ਹੈ ਕਿ ਜਦੋਂ ਕੱਦ ਕਰਨ ਲੱਗਦੀ ਹੈ ਨਾ ਤੇ ਫਿਰ ਗੰਦ ਥੱਲੇ ਰਹਿ ਚੜ ਜਾਂਦੀ ਹੈ। ਜਿਹੜੀ 5 ਹੈ ਉਹਦਾ ਕੱਦ ਤਕਰੀਬਨ ਛੋਟਾ ਹੁੰਦਾ ਹੈ ਨਾ, ਉਹ ਗੰਦ ਵੀ ਉਹਦੇ ਨਾਲ ਹੀ ਚੜ ਜਾਂਦਾ। ਸਹੀ ਸਹੀ ਸਹੀ, ਇਸ ਲਈ ਤੁਸੀਂ ਮਤਲਬ ਇੰਤਖਾਬ ਕੀਤਾ ਕਿ TH6 ਹੀ ਬਣਾਉਣੀ। ਜ਼ਿੰਦਾਬਾਦ। ਤੇ ਬਾਕੀ ਜੋ ਨਕੀਲੇ ਪੱਤੇ ਵਾਸਤੇ ਮੇਰਾ ਕੁਲੀਲੋਫਾਬ ਕਰਦੇ ਆ, ਕੁਲੀਲੋਫਾਬ ਸਪਰੇਅ ਕਰਦੇ ਹੋ ਗੰਦ ਮਾਰ ਦਿੰਦਾ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਨਾਈਟ੍ਰੋਫਾਸ ਪਹਿਲੇ ਲਾ ਕੇ ਫਿਰ ਇਸ ਤੋਂ ਬਾਅਦ ਕਿਹੜੀ ਜਿਸ ਟਾਈਮ ਅਗਰ DAP ਦੀ ਜ਼ਿਮੀਦਾਰ ਗੁੰਜਾਇਸ਼ ਰੱਖਦਾ ਨਾ, ਮਤਲਬ ਉਹ ਲਾਜ਼ਮੀ ਪਹਿਲੇ ਪਾਣੀ ਤੇ DAP ਸਿੱਟ ਕੇ ਉਹਨੂੰ ਪਾਣੀ ਲਾਵੇ, ਕਿਉਂਕਿ DAP ਨਾਈਟ੍ਰੋ ਦਾ ਇਹ ਫਾਇਦਾ ਕਿ ਜਲਦੀ ਉਹ ਛੋਟੀ ਸਟੇਜ ਤੋਂ ਫੁੱਲ ਵਾਲੀ ਸਾਈਡ ਤੇ ਆ ਜਾਏਗੀ। ਸਹੀ ਠੀਕ ਹੈ। ਫਿਰ ਉਹਨੂੰ ਮਤਲਬ ਜਦੋਂ ਇਹ ਨਿਕਲੇਗੀ ਨਾ, ਛੋਟੀ ਛੋਟੀ ਨਿਕਲਦੀ ਆਏਗੀ, ਮਤਲਬ ਨਿਕਲਣ ਤੋਂ 2-3 ਦਿਨ ਬਾਅਦ ਇਹਨੂੰ ਸਪਰੇਅ ਲਾਜ਼ਮੀ ਕਰਨਾ ਵਾ। ਲੈਮਡਾ ਦਾ ਕਰ ਲਓ, ਬਾਇਫੈਂਥਰੀਨ ਦਾ ਕਰ ਲਓ, ਇਹਨੂੰ ਸਪਰੇਅ ਲਾਜ਼ਮੀ ਕਰਨਾ ਵਾ। ਸਹੀ ਸੋ ਸੁੰਡੀ ਮਰ ਕੇ ਆ ਕੇ ਪੱਤੇ ਖਾਣੇ ਸ਼ੁਰੂ ਨਹੀਂ ਤਾਂ ਉਹ ਜ਼ਿਮੀਦਾਰ ਕੇ ਜਿਹੜੇ ਨਵੇਂ ਜ਼ਿਮੀਦਾਰ ਹੁੰਦੇ ਵਿਚਾਰੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਚੱਟ ਕਰ ਜਾਂਦੀ ਹੈ ਸੁੰਡੀ। ਸਹੀ ਸਹੀ ਸਹੀ, ਮਤਲਬ ਕਿ ਇਹ ਵੀ ਵਜ੍ਹਾ ਹੈ ਕਿ ਸ਼ੁਰੂ ਤੋਂ ਜਿੱਦਾਂ ਹੀ ਜ਼ਮੀਨ ਚੋਂ ਨਿਕਲੇ ਪੌਦਾ, ਉਹਨੂੰ ਦੂਸਰੇ ਚੌਥੇ ਦਿਨ ਸਪਰੇਅ ਪਹਿਲੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਜਿਹੜਾ ਕੀੜਾ ਹੈ ਉਹ ਨੁਕਸਾਨ ਨਾ ਕਰੇ ਫਸਲ ਦਾ। ਜਿਸ ਟਾਈਮ ਇਹ ਫੁੱਲ ਵਾਲੀ ਸਾਈਡ ਤੇ ਆ ਜਾਵੇ ਫਿਰ ਇਹਨੂੰ ਯੂਰੀਆ ਲਾਓ, ਜਿੰਨਾ ਨਾ ਹੁੰਦਾ ਸਲਫਰ ਦਾ ਯੂਰੀਆ। ਜ਼ਿੰਦਾਬਾਦ। ਸਲਫਰ ਦਾ ਯੂਰੀਆ ਲਾਣਾ ਤਾਂ ਕਿ ਉਹ ਕੱਦ ਕਰੀ ਜਾਵੇ ਤੇ ਆਇਲੀ ਉਹਦੇ ਕੈਪਸੂਲ ਵਧਦੇ ਜਾਣ, ਵਜ਼ਨ ਬਣਦਾ ਰਹੇ। 45 ਦਿਨ ਦੀ ਹੋਵੇ ਫਿਰ ਉਹਨੂੰ ਪੋਟਾਸ਼ ਲਿਆ ਦਿਓ। 45 ਦਿਨਾਂ ਬਾਅਦ ਪੋਟਾਸ਼ ਨੂੰ ਫਲੱਡ ਕਿੰਨੀ ਪੋਟਾਸ਼ ਲਾਉਂਦੇ ਕਿਲੋ? 10 ਕਿਲੋ। 10 ਕਿਲੋ ਪੋਟਾਸ਼। ਸਲਫਰ ਆ ਪੋਟਾਸ਼ ਵੀ ਲਾਣੇ 10 ਕਿਲੋ। ਅਗਰ ਮਤਲਬ ਲਿਕੁਇਡ ਲਾਈਏ ਉਹ ਲਾਈ ਦੇ 5 ਲੀਟਰ ਇੱਕ ਇੱਕ। ਜ਼ਿੰਦਾਬਾਦ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਇਹ ਚੀਜ਼ਾਂ ਕਰਕੇ ਉਸ ਤੋਂ ਬਾਅਦ ਸਪਰੇਆਂ ਕਿੰਨੀਆਂ ਕਰ ਲੈਂਦੇ? ਸਪਰੇਅ ਮੈਂ ਤਕਰੀਬਨ 10ਵੇਂ ਦਿਨ ਸਪਰੇਅ ਜ਼ਰੂਰ ਕਰਦਾ। 10ਵੇਂ ਦਿਨ ਮਤਲਬ ਐਡਾ ਖਰਚਾ ਨਹੀਂ ਆਉਂਦਾ। ਇਹ ਜ਼ਿਮੀਦਾਰ ਅਗਰ ਸੋਚਣ ਨਾ 1000-1200 ਖਰਚਾ ਕਰਕੇ ਨਾ ਹਫ਼ਤੇ ਬਾਅਦ, ਇਹ ਜਿਹੜੇ ਤੁਸੀਂ ਟੋਟਲ ਕਰੋਗੇ ਜਾਂ ਜਿਸ ਟਾਈਮ ਤੁਸੀਂ ਮਤਲਬ ਉਹਨੂੰ ਚੱਕੋਗੇ ਉਸ ਟਾਈਮ ਐਵਰੇਜ ਠੀਕ ਆ ਜਾਂਦੀ। ਮਤਲਬ ਫਰਕ ਕਰੋ ਕਿ 10 ਸਪਰੇਆਂ ਵੀ ਹੋ ਜਾਣ 10 ਦਿਨ ਬਾਅਦ 110 ਦਿਨ ਦੀ ਇਹਦੇ ਇੱਕ ਇਹ ਵੀ ਹੈ ਕਿ ਜਿਸ ਟਾਈਮ ਇਹ ਆਪਣੀ ਸਟੇਜ ਤੇ ਪਹੁੰਚ ਜਾਂਦੀ ਹੈ ਬਟੂਰ ਜੇ ਬਣਦੇ ਆ। ਜੀ ਜੀ ਬਿਲਕੁਲ। ਉਹਦੇ ਵਾਸਤੇ ਮਿਰਟ ਬਗ ਦੀ ਸਪਰੇਅ ਲਾਜ਼ਮੀ ਕਰਨੀ ਪੈਂਦੀ ਹੈ। ਠੀਕ ਹੈ, ਬਿਲਕੁਲ ਬਿਲਕੁਲ। ਇਹ ਇੱਕੋ ਮਸਲਾ ਪਈ ਜੇ ਬਟੂਰ ਜ਼ਿਆਦਾ ਬਣਦੇ ਆ, ਉਹ ਮਿਰਟ ਬਗ ਦੀ ਵਜ੍ਹਾ ਤੋਂ ਬਣਦੇ ਆ, ਉਹਦੀ ਸਪਰੇਅ ਲਾਜ਼ਮੀ ਕਰਨੀ। ਠੀਕ ਹੋ ਗਿਆ ਇਹ ਵੀ ਗੱਲ। ਜਿਸ ਟਾਈਮ ਫੁੱਲ ਵਾਲਾ ਆ ਜਾਏਗੀ ਇਹ ਸਬਜ਼ ਤੇਲੇ ਦਾ ਟੈਗ ਰਹਿਣਾ ਹੀ ਰਹਿਣਾ। ਠੀਕ ਹੈ, ਜੋ ਮਰਜ਼ੀ ਹੋ ਜਾਏ, ਜਿਸ ਟਾਈਮ ਫੁੱਲ ਵਾਲਾ ਆਏਗੀ ਉਸ ਦਿਨ ਤੁਸੀਂ ਤੇਲੇ ਦੀ ਸਪਰੇਅ ਐਡ ਕਰਨ ਲੱਗ ਜਾਣਾ ਜ਼ਰੂਰੀ। ਹਰ ਸਪਰੇਅ ਦੇ ਵਿੱਚ ਥੋੜੀ ਬਹੁਤੀ ਐਡ ਕਰਦੇ ਰਹਿਣਾ, ਮਿਰਟ ਬਗ ਦੀ ਵੀ ਕਰ ਦੇਣੀ। ਠੀਕ ਹੈ, ਜ਼ਬਰਦਸਤ ਹੋ ਗਿਆ ਜੀ ਮਾਸ਼ਾਅੱਲਾ ਜੀ। ਇਹ ਚੀਜ਼ਾਂ ਤੁਸੀਂ ਕਰਕੇ ਮਤਲਬ ਫਰਕ ਕਰੋ 10 ਸਪਰੇਆਂ ਵੀ ਹੋ ਜਾਵੇ ਤਾਂ 10-12,000 15,000 ਦਾ ਖਰਚਾ ਹੋ ਜਾਵੇ। ਅਗਰ ਤੁਹਾਡੇ 18 ਮਨ ਹੈ ਮੈਕਸਿਮਮ, ਅਗਰ ਸਪਰੇਅ ਦਾ ਖਰਚਾ 1 ਏਕੜ ਤੇ 8,000 ਰੁਪਏ ਆਏਗਾ ਕਿੱਲੇ ਤੇ। ਜ਼ਿੰਦਾਬਾਦ। ਸਹੀ। ਇਹ ਜ਼ਿਮੀਦਾਰ ਭਾਈ ਅਕਸਰ ਟੋਟਲ ਖਰਚਾ ਲਾ ਰਹੇ ਹੁੰਦੇ ਵੀ ਯਾਰ 5 ਕਿੱਲੇ ਬੀਜੇ ਸੀਗੇ ਯਾਰ 50,000 ਦੀ ਸਪਰੇਅ ਹੋ ਗਈ ਆ। ਉਹ ਗੱਲ ਨੇ ਚੰਗੀ ਕੀਤੀ ਹੈ, ਫੀ ਏਕੜ ਤੇ ਖਰਚਾ ਕਿਉਂ ਤਾਂ 8,000 ਰੁਪਏ ਕਿੱਲੇ ਤੇ ਖਰਚਾ ਆਉਂਦਾ। ਇਸ ਲਈ ਇਹਨੂੰ ਜ਼ਰਾ ਤੁਸੀਂ ਮਿਹਨਤ ਕਰਕੇ ਸਪਰੇਅ ਕਰਕੇ ਮੌਕੇ ਤੇ ਉਹਨੂੰ ਕਰੋ ਤਾਂ ਕਿ ਉਹ ਫਾਇਦਾ ਮੈਕਸਿਮਮ ਆਪਣਾ ਲੈ ਸਕੋ। ਪਿਛਲੀ ਦਫਾ 1 ਏਕੜ ਕਾਸ਼ਤ ਕੀਤਾ ਸੀ ਬਾਗ 'ਚ। ਠੀਕ ਹੈ। ਉਹਦੀ ਆਈ ਹੈ 10 ਮਣ ਐਵਰੇਜ। ਬਾਗ ਬੜਾ ਬਾਗ ਹੈ। ਠੀਕ ਹੈ। ਤੇ ਜਿਹੜੀ ਫ੍ਰੀ ਰਕਬੇ 'ਚ ਕੀਤੀ ਸੀ ਉਹਦੀ 16 ਤੋਂ 17 ਮਣ ਐਵਰੇਜ ਆਈ ਹੈ। ਜ਼ਿੰਦਾਬਾਦ। ਸਹੀ ਸਹੀ। ਤੇ ਅਲਹਮਦੁਲਿਲਾ ਮੈਂ ਬਹੁਤ ਸ਼ੌਕ ਨਾਲ ਇਹ ਫਸਲ ਬੀਜਦਾ ਤਿਲੇ ਦੀ। ਨਹੀਂ ਅਸੀਂ ਆਪਣੇ ਪਿੰਡ ਤੋਂ ਮਾਸ਼ਾਅੱਲਾ ਦੀ ਮਸ਼ਹੂਰੀ ਸੁਣਦੇ ਹਾਂ ਜੀ, ਚੋਰੀ ਇਰਫਾਨ ਦੀ ਮਾਸ਼ਾਅੱਲਾ ਤਿਲੀ ਸੋਹਣੀ ਕਾਸ਼ ਕਰਦੇ ਆ। ਬਾਕੀ ਜਿਹੜੇ ਹੈ ਦੋਸਤ ਇਸ ਤੋਂ ਜ਼ਿਆਦਾ 25 ਮਣ 23 ਮਣ ਵਾਲੇ ਮੈਂ ਜ਼ਿਮੀਦਾਰ ਦਾ ਇੰਟਰਵਿਊ ਸੁਣਿਆ ਸੀਗਾ ਕਿ ਉਹ ਲੈਂਦੇ ਆ, ਉਹ ਅੱਛੇ ਭਾਰੇ ਰਕਮਾਂ ਚੋਂ ਲੈਂਦੇ ਆ। ਦਰਮਿਆਨਾ ਰਕਬਾ ਇਹ ਤੁਹਾਡੇ ਦਰਮਿਆਨਾ ਨਾ ਬਹੁਤ ਅੱਛਾ ਰਕਬਾ ਵਾ। ਠੀਕ ਹੈ। ਦਰਮਿਆਨਾ ਰਕਬਾ ਵਾ ਤੇ ਇਹਦੇ ਚ ਐਵਰੇਜ ਤਕਰੀਬਨ ਅਗਰ ਥੋੜੀ ਜਿਹੀ ਮਿਹਨਤ ਵਧਾ ਦਿਓ, DAP ਵਗੈਰਾ ਨਾਈਟ੍ਰੋਫਾਸ ਵਗੈਰਾ ਇਹ ਜ਼ਰੂਰੀ ਹੈ। ਕੋਈ ਜ਼ਿਮੀਦਾਰ ਸਮਝਦੇ ਕਿ ਨਾਈਟ੍ਰੋਫਾਸ ਨਹੀਂ ਲਾਣੀ, ਲੇਕਿਨ ਮੇਰੀ ਨਜ਼ਰ 'ਚ ਜਿੰਨੇ ਨਾਈਟ੍ਰੋਫਾਸ ਕੰਮ ਕਰਦੀ ਹੈ ਨਾ ਉਹਨਾਂ ਕੋਈ ਹੋਰ ਖਾਦ ਨਹੀਂ ਕਰਦੀ। ਬਿਲਕੁਲ ਜੀ ਬਿਲਕੁਲ। ਨਾਈਟ੍ਰੋਫਾਸ ਫਾਸਫੋਰਸ ਦੀ ਖਾਦ ਤਾਂ ਅਗਰ ਝਾੜ ਲੈਣਾ ਤਾਂ ਪਾਣੀ ਪੈਣੀ ਹੁੰਦੀ ਹੈ ਭਾਈ ਜੀ। ਬਿਲਕੁਲ ਜਿਹੜੇ ਪੜ੍ਹੇ ਲਿਖੇ ਜ਼ਿਮੀਦਾਰ ਆ ਉਹ ਜਾਣਦਾ ਪਹਿਚਾਣਦਾ। ਫਿਰ ਕੁਝ ਜ਼ਿਮੀਦਾਰ ਜਿਸ ਟਾਈਮ ਗਹਾਈ ਕਰਦੇ ਆ ਉਹ ਗਲਤ ਕਰ ਜਾਂਦੇ ਆ। ਕਿਸ ਤਰ੍ਹਾਂ? 404 ਥ੍ਰੈਸ਼ਰ ਲਾਉਂਦੇ ਆ, ਉਹਦੇ 'ਚ ਉਹਦੇ ਹਵਾ ਤੇਜ਼ ਹੁੰਦੀ ਹੈ। ਸਹੀ ਹੈ। ਠੀਕ ਹੈ। ਇਹ ਮੇਰੇ ਕਜ਼ਨ ਨਾਲ ਵੀ ਹੋਇਆ, ਮਤਲਬ ਉਹ ਤਿਲੀ ਸਾਰੀ ਅੱਗੇ ਚਲ ਜਾਂਦੀ ਹੈ। ਫਿਰ ਜ਼ਿਮੀਦਾਰ ਪਰੇਸ਼ਾਨ ਹੋ ਜਾਂਦਾ ਵੀ ਇਹ ਕੰਮ ਗਲਤ ਹੋ ਗਿਆ। ਥ੍ਰੈਸ਼ਰ ਦੂਸਰੀ ਲਗਵਾਓ, ਕੋਸ਼ਿਸ਼ ਕਰੋ ਆ ਜਿਹੜੀ ਅਵਾਮੀ ਹੁੰਦੀ ਹੈ ਤੇ ਬਿਲਕੁਲ ਸਲੋ ਰੇਸ ਹੋਵੇ। ਜਿਹੜਾ ਬੰਦਾ ਗਾਲਾਂ ਲਾਉਣ ਵਾਲਾ ਹੋਵੇ ਉਹਨੂੰ ਕਹਿਣਾ ਵੀ ਤਰੀਕੇ ਕਾਰ ਨਾ ਜਾਵੇ, 2-2-3 ਬਿਲਕੁਲ ਸਲੋ ਸੱਟੀ ਹੈ। ਸਹੀ ਸਹੀ। ਇਹ ਰਾਇਆ ਵੀ ਔਰ ਤਿਲੀ ਵੀ, ਇਹਦਾ ਇਹੀ ਹੱਲ ਹੈ। ਠੀਕ ਹੈ। ਪਿਛਲੀ ਦਫਾ ਇੱਕ ਜ਼ਿਮੀਦਾਰ ਦੀ ਚਲ ਗਈ ਸੀ, ਦੁਬਾਰਾ ਉਹਨੇ ਬੋਸਾ ਗਾ ਕੇ ਤਾਂ 4 ਮਣ ਦੇ ਅੰਦਰ ਨਿਕਲ ਆਈ।
ਜ਼ਬਰਦਸਤ। ਇੱਕ ਮਣ 16-17 ਹਜ਼ਾਰ ਰੁਪਏ ਲਾਉਂਦਾ ਉਸ 16 ਸੀਜ਼ਨ ਦੇ ਵਿੱਚ। ਉਹ ਦੁਬਾਰਾ ਮਜ਼ਦੂਰੀ 2400 ਦੇ ਕੇ ਮਤਲਬ ਉਹਨੇ 60000 ਰੁਪਏ ਬਚਾਇਆ। ਜ਼ਿੰਦਾਬਾਦ। ਇਹ ਚੀਜ਼ ਇਹ ਚੀਜ਼ਾਂ ਇਤਿਹਾਤਨ ਹੁੰਦੀਆਂ ਮਤਲਬ। ਅੱਛਾ, ਬਾਕੀ ਜਿਹੜੇ ਤੁਸੀਂ ਵੜਦੇ ਹੋ ਤੇ ਅੱਛਾ ਫਰਕ ਕਰੋ, ਇੱਕ ਬੰਦੇ ਨੂੰ ਕਿਵੇਂ ਪਤਾ ਲੱਗੇ? ਪਿਛਲੀ ਵਾਰ ਅਸੀਂ ਇੱਕ ਜ਼ਿਮੀਂਦਾਰ ਨੁਕਸਾਨ ਉਹਦਾ ਦੇਖਿਆ ਕਿ ਉਹਦੇ ਉੱਤੇ ਕੈਪਸੂਲ ਉੱਤੇ ਫੁੱਟਣੀ ਸ਼ੁਰੂ ਹੋ ਗਈ ਸੀ, ਉਹਨੇ ਵਢਾਈ ਤਾਂ ਵੀ ਨਹੀਂ ਨਾ, ਉਹਨੂੰ ਕਿਹਾ ਪਤਾ ਨਹੀਂ ਵੱਢਣ ਦੀ ਹੋਈ ਹੈ ਕਿ ਨਹੀਂ ਹੋਈ। ਮੈਨੂੰ ਤੁਸੀਂ ਇਹ ਦੱਸੋ ਕਿ ਕਿੱਦਾਂ ਪਤਾ ਲੱਗਦਾ ਜ਼ਿਮੀਂਦਾਰ ਨੂੰ ਤੁਹਾਡੀ ਫਸਲ ਵੱਢਣ ਵਾਲੀ ਹੋ ਗਈ ਹੈ? जिस टाइम ये हल्की हल्की पीली हो जाए ना, हल्की हल्की, ठीक है। मतलब समझो ये 70% पीली हो जाए, ठीक है। 30% ना हो, उस टाइम कटाई कर। ਜ਼ਿੰਦਾਬਾਦ। ਇਹ ਬੜੀ ਗੱਲ ਹੈ। 70% 80% 70% ਹੀ ਕਹਿ ਰਹੇ ਨੇ ਪੀਲਾ ਤੋਂ ਰਕਬਾ ਦੱਸੇ, ਤੁਹਾਨੂੰ ਫਸਲ ਦੱਸੇ ਵੀ ਪਿਲਾਹਟ ਆ ਰਹੀ ਹੈ, ਉਸ ਟਾਈਮ ਉਹਨੇ ਕਟਾਈ ਸ਼ੁਰੂ ਕਰ ਦੋ। ਤੇ ਕਟਾਈ ਤੋਂ ਬਾਅਦ ਉਹ ਸਪਰੇ कटाई तो बाद मैं कभी नहीं की। ठीक है। कितन गल है कि मैं कभी भी स्प्रे नहीं नहीं की। की। वो हल्के ब्लैक ब्लैक जे होंगे कीड़े कीड़े लगते लोग हैं। करते हैं वो मर जाते हैं, लेकिन मैं कभी नहीं की। अलहमदुलिल्लाह कभी मैंने फर्क नहीं पिया। ਚਲੋ ਜ਼ਬਰਦਸਤ ਹੋ ਗਿਆ। ਤੇ ਤੁਹਾਡੀ ਕੁਝ ਨਸੀਬੀਆਂ ਮਾਸ਼ਾਅੱਲਾ। ਤੇ ਬਾਕੀ ਜੀ ਇਹ ਸਾਰੇ ਦੋਸਤਾਂ ਨਾਲ ਸ਼ੇਅਰ ਕਰਨ ਦਾ ਮਕਸਦ ਇਹ ਹੁੰਦਾ ਵੀ ਨਹੀਂ ਕੀਤੀ ਕੁਛ ਗੌਰ ਇਹ ਵੀ ਕਰੀਦਾ ਹੈ, ਜਿਸ ਟਾਈਮ ਅਗਰ ਉਹਦੇ ਤੁਸੀਂ ਢੇਰੀਆਂ ਵਗੈਰਾ ਲਾਉਂਦੇ ਆ ਨਾ, ਖੜੀ ਕਰਦੇ ਆ, ਉਹ ਡੇਲੀ ਕਰਨਾ। ਥੱਲੇ ਕੀੜੇ ਤਾਂ ਨਹੀਂ, ਛੋਟੇ ਕੀੜੇ, ਠੀਕ ਮਤਲਬ ਹੈ। ਜਿਹਨੂੰ ਤੁਸੀਂ ਕਾਂਟੇ ਕਹਿੰਦੇ ਆ। ਠੀਕ ਹੈ। ਇਹ ਆਹ ਛੋਟੀਆਂ ਕੀੜੀਆਂ ਅਗਰ ਹੋਣ, ਇਹ ਵੀ ਬਹੁਤ ਐਵਰੇਜ ਫਰਕ ਪਾ ਦਿੰਦੀਆਂ। ਬਸ। ਇਹ ਬਹੁਤ ਵਿੱਚੋਂ ਲੈ ਜਾਂਦੀਆਂ। ਸਾਰਾ ਮਤਲਬ ਛੋਟਾ ਬੀਜ ਹਾਂ, ਉਹਦੇ ਵਾਸਤੇ ਕੋਈ ਦਵਾਈ ਮਿਲਦੀ ਹੈ, ਇਰਦ ਗਿਰਦ ਸੁੱਟ ਦਿਓ, ਠੀਕ ਫਿਰ ਹੈ। ਉਹ ਬਚ ਜਾਂਦਾ। ਨਹੀਂ ਤਾਂ ਅਗਰ ਲੈਮਨੇ ਦੀ ਸਪਰੇਅ ਕਰਦੇ ਤਾਂ ਠੀਕ ਉਹ ਵੀ ਹੈ। ਬਹੁਤ ਚੰਗੀ ਚੀਜ਼ ਹੈ। ਉਹ ਠੀਕ ਉਹ ਹੈ। ਆਸੇ ਪਾਸੇ ਥੱਲੇ ਵੀ ਕਰੋ ਨਾ। ਠੀਕ ਹੈ। ਅਸਲ ਮੇਨ ਚੀਜ਼ ਤਾਂ ਇਹ ਹੈ, ਰਾਸਤੇ ਬਣੇ ਹੁੰਦੇ ਇਹਨਾਂ ਕੀੜਿਆਂ ਦੇ, ਪਤਾ ਲੱਗ ਜਾਂਦਾ ਖੇਤ ਦੇ ਆਸੇ ਪਾਸੇ ਤੁਸੀਂ ਚਲੋ ਫਿਰੋਗੇ ਨਾ ਤਾਂ ਪਤਾ ਲੱਗ ਜਾਏਗਾ ਵੀ ਇਹ ਕੀੜੇ ਜਾ ਰਹੇ ਆ। ਮਤਲਬ ਤੁਸੀਂ ਦੋਸਤਾਂ ਨੇ ਕਹਿੰਦੇ ਹੋ ਕਿ ਆਪਣੀ ਫਸਲ ਤੇ ਵਕਤਨ ਫਵਕਤਨ ਚੱਕਰ ਲਾਓ ਤਾਂ ਬੜੇ ਬਰੀਕੀ ਨਾਲ ਚੱਕਰ ਮਤਲਬ ਲਾਓ। ਕਿ ਜਿਹੜੀ ਤਿਲੀ ਦੀ ਫਸਲ ਹੈ, ਇਹਦੇ ਤੇ ਤੁਸੀਂ ਸ਼ਾਮ ਜਾ ਕੇ ਡੇਲੀ ਚੱਕਰ ਜ਼ਰੂਰ ਲਾਣਾ। ਸ਼ਾਮ ਨਹੀਂ ਤਾਂ ਸਵੇਰ ਚੱਕਰ ਜ਼ਰੂਰ ਹੈ। ਜ਼ਬਰਦਸਤ ਜੀ। ਬਹੁਤ ਸ਼ੁਕਰੀਆ ਇਰਫਾਨ ਸਾਹਿਬ, ਮਾਸ਼ਾਅੱਲਾ ਤੁਸੀਂ ਆਪਣਾ ਟਾਈਮ ਦਿੱਤਾ। ਈਦ ਦੇ ਦਿਨਾਂ ਦੇ ਵਿੱਚ ਤੁਸੀਂ ਆਪਣਾ ਖੁਸ਼ੂਸੀ ਟਾਈਮ ਦਿੱਤਾ ਜੀ, ਬਹੁਤ ਸ਼ੁਕਰੀਆ ਜੀ। ਸਾਨੂੰ ਬੜੀ ਖੁਸ਼ੀ ਹੋਈ ਜੀ। ਇਨਸ਼ਾਅੱਲਾ ਫਿਰ ਤੁਹਾਨੂੰ ਕਿਤੇ ਵਕਤਨ ਇਹ ਤੁਹਾਨੂੰ ਜ਼ਰੂਰਤ ਪਏ ਤੁਹਾਨੂੰ ਯਾਦ ਜ਼ਰੂਰ ਕਰਾਂਗੇ ਜੀ। ਆਪਣਾ ਖਿਆਲ ਰੱਖਿਆ ਜੀ। ਅੱਲਾਹ ਹਾਫਿਜ਼।